ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਨਾਨਕ ਸਿੰਘ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਾਂਗੇ। ਭਾਵ ਨਾਨਕ ਸਿੰਘ ਦਾ ਪੰਜਾਬੀ ਸਾਹਿਤ ਦੇ ਵਿੱਚ ਕੀ ਯੋਗਦਾਨ ਹੈ ਜਾਂ ਪੰਜਾਬੀ ਸਾਹਿਤ ਜਗਤ ਨੂੰ ਉਹਨਾਂ ਦੀ ਕੀ ਦੇਣ ਹੈ, ਇਸ ਦੇ ਬਾਰੇ ਅਸੀਂ ਨਿੱਠ ਕੇ ਚਰਚਾ ਕਰਾਂਗੇ। ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਈਸਵੀ ਨੂੰ ਚੱਕ ਹਮੀਦ, ਜੋ ਕਿ ਪਾਕਿਸਤਾਨ ਵਿਖੇ ਹੈ। ਚੱਕ ਹਮੀਦ ਜ਼ਿਲ੍ਹਾ ਜੇਹਲਮ ਦੇ ਵਿੱਚ ਪੈਂਦਾ ਹੈ ਔਰ ਇਹ ਜ਼ਿਲ੍ਹਾ ਜੇਹਲਮ ਜੋ ਹੈ ਪਾਕਿਸਤਾਨ ਵਿਖੇ ਹੈ, ਉੱਥੇ ਹੋਇਆ। ਔਰ ਇਹਨਾਂ ਦੇ ਪਿਤਾ ਦਾ ਨਾਮ ਬਹਾਦਰ ਚੰਦ ਸੀ। ਨਾਨਕ ਸਿੰਘ ਦਾ ਬਚਪਨ ਦਾ ਨਾਮ ਵੀ ਹੰਸ ਰਾਜ ਸੀ, ਭਾਵ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ, ਪਰ ਬਾਅਦ ਦੇ ਵਿੱਚ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਜਾਂ ਕਿਸੇ ਸਿੱਖ ਗ੍ਰੰਥੀ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਨੇ ਆਪਣਾ ਨਾਮ ਹੰਸ ਰਾਜ ਤੋਂ ਨਾਨਕ ਸਿੰਘ ਰੱਖ ਲਿਆ ਔਰ ਸਿੱਖ ਸੱਜ ਗਏ। ਇਹਨਾਂ ਦੀ ਸਿੱਖਿਆ ਜੋ ਹੈ ਉਹ 5ਵੀਂ ਜਮਾਤ ਤੱਕ ਹੀ ਹੋ ਸਕੀ ਹੈ, ਕਿਉਂਕਿ ਇਹਨਾਂ ਦੇ ਪਿਤਾ ਬਹਾਦਰ ਚੰਦ ਦੀ ਬਹੁਤ ਛੋਟੀ ਉਮਰ ਦੇ ਵਿੱਚ, ਜਦੋਂ ਨਾਨਕ ਸਿੰਘ ਬਹੁਤ ਛੋਟੀ ਉਮਰ ਦੇ ਸਨ, ਉਦੋਂ ਹੀ ਇਹਨਾਂ ਦਾ ਸਵਰਗਵਾਸ ਹੋ ਗਿਆ, ਜਿਸ ਸਦਕਾ ਇਹਨਾਂ ਦੀ ਮਾਤਾ ਨੇ ਇਹਨਾਂ ਨੂੰ ਬੜੀਆਂ ਹੀ ਮੁਸ਼ਕਲਾਂ ਦੇ ਨਾਲ ਪਾਲਿਆ ਪੋਸਿਆ। ਔਰ ਉਹ ਮੁਸ਼ਕਲਾਂ ਜਿਹੜੀਆਂ ਹਨ ਇਹਨਾਂ ਦੇ ਹਰ ਨਾਵਲ ਦੇ ਵਿੱਚ ਵੀ ਝਲਕਦੀਆਂ ਹਨ, ਕਿਉਂਕਿ ਆਪਣੇ ਨਾਵਲਾਂ ਦੇ ਵਿੱਚ ਇਹਨਾਂ ਨੇ ਇੱਕ ਵਿਧਵਾ ਇਸਤਰੀ ਜਾਂ ਸਮਾਜ ਦੇ ਵਿੱਚ ਵਿਧਵਾ ਇਸਤਰੀ ਦੀ ਜੋ ਸਥਿਤੀ ਹੈ ਉਸ ਨੂੰ ਵੀ ਕਾਫੀ ਮੁਖਰ ਹੋ ਕੇ ਪ੍ਰਗਟਾਇਆ ਹੈ। ਅਤੇ ਅੰਤ 28 ਦਸੰਬਰ 1971 ਈਸਵੀ ਨੂੰ ਪੰਜਾਬੀ ਸਾਹਿਤ ਜਗਤ ਦਾ ਇੱਕ ਪ੍ਰਸਿੱਧ ਨਾਵਲਕਾਰ ਜੋ ਹੈ ਸਾਹਿਤ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਜਾਂਦਾ ਹੈ। ਨਾਨਕ ਸਿੰਘ ਨੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਸਾਰੀਆਂ ਰਚਨਾਵਾਂ ਜੋ ਸਨ ਉਹ ਭੇਟ ਕੀਤੀਆਂ, ਜਿਨ੍ਹਾਂ ਦੇ ਵਿੱਚ ਨਾਵਲ ਵੀ ਸਨ, ਕਹਾਣੀ ਸੰਗ੍ਰਹਿ, ਕਵਿਤਾ, ਨਾਟਕ, ਸਵੈ ਜੀਵਨੀ ਅਤੇ ਅਨੁਵਾਦ। ਭਾਵ ਪੰਜਾਬੀ ਸਾਹਿਤ ਦੀ ਕੋਈ ਵੀ ਅਜਿਹੀ ਵਿਧਾ ਨਹੀਂ ਸੀ ਜਿਸ ਦੇ ਉੱਤੇ ਨਾਨਕ ਸਿੰਘ ਨੇ ਕਲਮ ਨਾ ਅਜ਼ਮਾਈ ਹੋਵੇ ਔਰ ਉਸ ਦੇ ਵਿੱਚ ਮੁਹਾਰਤ ਵੀ ਉਹਨਾਂ ਨੂੰ ਹਾਸਲ ਸੀ। ਅਸਲ ਦੇ ਵਿੱਚ ਨਾਨਕ ਸਿੰਘ ਜੋ ਹਨ, ਸਭ ਤੋਂ ਪਹਿਲਾਂ ਜੋ ਅਕਾਲੀ ਮੋਰਚੇ ਵੇਲੇ ਜੋ 1922 ਈਸਵੀ ਦੇ ਵਿੱਚ ਜੇਲ੍ਹ ਗਏ, ਜੇਲ੍ਹ ਯਾਤਰਾ ਦੇ ਦੌਰਾਨ ਕੱਲ੍ਹ ਮੈਂ ਕਿਸਾਨ ਅੰਦੋਲਨਕਾਰੀ ਰੁਲਦੂ ਸਿੰਘ ਮਾਨਸਾ ਦਾ ਇੰਟਰਵਿਊ ਸੁਣ ਰਹੀ ਸੀ। ਉਸ ਦੇ ਵਿੱਚ ਉਹ ਕਹਿ ਰਹੇ ਸਨ ਕਿ ਜਦੋਂ ਵੀ ਕੋਈ ਅੰਦੋਲਨਕਾਰੀ ਜੋ ਹੈ ਜੇਲ੍ਹ ਯਾਤਰਾ ਕਰਦਾ ਹੈ ਅਤੇ ਜੇਲ੍ਹ ਉਸਦੇ ਜੀਵਨ ਨੂੰ ਨਿਖਾਰਦੀ ਵੀ ਹੈ। ਜੇਲ੍ਹ ਜੋ ਹੈ ਇੱਕ ਸੁਧਾਰ ਘਰ ਦੇ ਰੂਪ ਦੇ ਵਿੱਚ ਜੀਵਨ ਨੂੰ ਨਿਖਾਰਦੀ ਹੈ ਮਨੁੱਖ ਦੇ ਨੂੰ। ਇਸੇ ਤਰ੍ਹਾਂ ਜਦੋਂ ਨਾਨਕ ਸਿੰਘ 1922 ਈਸਵੀ ਦੇ ਵਿੱਚ ਜੇਲ੍ਹ ਜਾਂਦੇ ਹਨ ਤਾਂ ਉੱਥੇ ਉਹਨਾਂ ਨੇ ਬਹੁਤ ਸਾਰਾ ਸਾਹਿਤ ਪੜ੍ਹਿਆ ਔਰ ਜਗਨਨਾਥ ਕੈਦੀ ਦੇ ਪ੍ਰਭਾਵ ਹੇਠ ਇਹਨਾਂ ਨੇ ਬੰਗਾਲੀ ਸਾਹਿਤ ਜੋ ਸੀ ਉਸਦੀ ਵੀ ਜੋ ਸੀ ਉਸਨੂੰ ਵਾਚਿਆ, ਉਸਨੂੰ ਪੜ੍ਹਿਆ ਅਤੇ ਉਸੇ ਦੇ ਪ੍ਰਭਾਵ ਹੇਠ ਇਹਨਾਂ ਨੇ ਆਪਣਾ ਪਹਿਲਾ ਨਾਵਲ ਜੋ ਸੀ ਉਹ ਮਤਰੇਈ ਮਾਂ ਦੀ ਸਿਰਜਣਾ ਕੀਤੀ। ਹਾਲਾਂਕਿ ਪਹਿਲਾਂ ਕਿਹਾ ਜਾਂਦਾ ਹੈ ਕਿ ਜੇਲ੍ਹ ਦੇ ਵਿੱਚ ਇਹਨਾਂ ਨੇ ਅੱਧ ਖਿੜੀ ਕਲੀ ਨਾਮ ਦਾ ਇੱਕ ਨਾਵਲ ਲਿਖਿਆ ਸੀ, ਜਿਹੜਾ ਕਿ ਜੇਲ੍ਹ ਮਹਿਕਮੇ ਵੱਲੋਂ ਜ਼ਬਤ ਕਰ ਲਿਆ ਗਿਆ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੇ ਮਤਰੇਈ ਮਾਂ ਜੋ ਸੀ ਉਹ ਪੰਜਾਬੀ ਸਾਹਿਤ ਨੂੰ ਪਹਿਲਾ ਨਾਵਲ ਜੋ ਸੀ ਇੱਕ ਮੌਲਿਕ ਨਾਵਲ ਭੇਟ ਕੀਤਾ। ਅਤੇ ਇਸ ਤਰ੍ਹਾਂ ਇਹਨਾਂ ਦੇ ਨਾਵਲਾਂ ਦੀ ਜੋ ਗਿਣਤੀ ਹੈ, ਇਹਨਾਂ ਨੇ ਘੱਟੋ ਘੱਟ 4-5 ਦਰਜਨਾਂ ਦੇ ਕਰੀਬ ਜੋ ਹਨ ਉਹ ਨਾਵਲ ਪੰਜਾਬੀ ਸਾਹਿਤ ਨੂੰ ਭੇਟ ਕੀਤੇ ਹਨ। ਅਤੇ ਕਹਾਣੀ ਸੰਗ੍ਰਹਿ ਵੀ ਜਿਹੜੇ ਹਨ ਇਹਨਾਂ ਦੇ ਬਹੁਤ ਮਕਬੂਲ ਹੋਏ ਹਨ। ਕਵਿਤਾ 'ਤੇ ਵੀ ਇਹਨਾਂ ਨੇ ਕਲਮ ਅਜ਼ਮਾਈ ਹੈ। ਹਾਲਾਂਕਿ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਦਾ ਇੱਥੇ ਜ਼ਿਕਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੋ ਇਹਨਾਂ ਦੇ ਪ੍ਰਮੁੱਖ ਨਾਵਲ ਰਹੇ ਹਨ ਉਹਨਾਂ ਦੇ ਵਿੱਚੋਂ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਗਰੀਬ ਦੀ ਦੁਨੀਆ, ਕਾਗਜ਼ਾਂ ਦੀ ਬੇੜੀ, ਅੱਧ ਖਿੜਿਆ ਫੁੱਲ, ਪਵਿੱਤਰ ਪਾਪੀ, ਇੱਕ ਮਿਆਨ ਦੋ ਤਲਵਾਰਾਂ, ਇਸ ਤਰ੍ਹਾਂ ਬਹੁਤ ਸਾਰੇ ਨਾਵਲ ਹਨ ਇਹਨਾਂ ਦੇ ਪ੍ਰਸਿੱਧ। ਬਾਕੀ ਜਿਹੜੇ ਹਨ ਵਿਦਿਆਰਥੀ ਇਹਨਾਂ ਨੂੰ ਆਪਣੀਆਂ ਪੁਸਤਕਾਂ ਦੇ ਵਿੱਚੋਂ ਇਹਨਾਂ ਦੀ ਨਿੱਠ ਕੇ ਇਹਨਾਂ ਨੂੰ ਯਾਦ ਕਰ ਸਕਦੇ ਹਨ, ਕਿਉਂਕਿ ਕਿਸੇ ਵੀ ਵੇਲੇ ਜੋ ਹੈ ਕੋਈ ਵੀ ਐਗਜ਼ਾਮੀਨਰ ਤੁਹਾਡੇ ਕੋਲੋਂ ਨਾਨਕ ਸਿੰਘ ਦੀਆਂ ਪਵਿੱਤਰ ਪਾਪੀ ਨਾਵਲ ਬਾਰੇ ਹੀ ਨਹੀਂ ਬਲਕਿ ਹੋਰ ਕਿਸੇ ਪੁਸਤਕ ਦੇ ਬਾਰੇ ਵੀ ਸਵਾਲ ਪੁੱਛ ਸਕਦਾ ਹੈ। ਸੋ ਵਿਦਿਆਰਥੀਆਂ ਨੂੰ ਇਹਨਾਂ ਦੀਆਂ ਰਚਨਾਵਾਂ ਦੇ ਨਾਮ ਯਾਦ ਹੋਣੇ ਜ਼ਰੂਰੀ ਹਨ। ਇਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਹਨ, ਜਿਨ੍ਹਾਂ ਦੇ ਵਿੱਚੋਂ ਹੰਝੂਆਂ ਦੇ ਹਾਰ, ਸਦਰਾਂ ਦੇ ਹਾਰ ਜਾਂ ਮਿੱਧੇ ਹੋਏ ਫੁੱਲ ਜਿਹੜੇ ਹਨ ਉਹਨਾਂ ਦਾ ਅਸੀਂ ਜ਼ਿਕਰ ਕਰ ਸਕਦੇ ਹਾਂ।
ਔਰ ਖਾਸ ਕਰਕੇ ਸੁਨਹਿਰੀ ਜਿਲਦ ਨਾਮ ਦੀ ਕਹਾਣੀ ਸੰਗ੍ਰਹਿ ਦੇ ਵਿੱਚ ਸੁਨਹਿਰੀ ਜਿਲਦ ਨਾਮ ਦੀ ਕਹਾਣੀ ਜਿਹੜੀ ਹੈ ਇਹ ਇਸ ਦਾ ਫਿਲਮਾਂਕਣ ਵੀ ਹੋ ਚੁੱਕਿਆ ਹੈ। ਨਾਨਕ ਸਿੰਘ ਦੇ ਬਹੁਤ ਸਾਰੇ ਨਾਵਲ ਜਿਹੜੇ ਹਨ ਉਹਨਾਂ 'ਤੇ ਵੀ ਜੋ ਫਿਲਮਾਂ ਬਣ ਚੁੱਕੀਆਂ ਹਨ। ਪਵਿੱਤਰ ਪਾਪੀ ਨਾਵਲ 'ਤੇ ਵੀ ਬਣੀ ਹੋਈ ਹੈ ਔਰ ਕਟੀ ਹੋਈ ਪਤੰਗ ਨਾਵਲ ਜੋ ਹੈ ਇਹਨਾਂ ਦਾ ਇਸ 'ਤੇ ਹਿੰਦੀ ਦੇ ਵਿੱਚ ਇੱਕ ਫਿਲਮ ਬਣੀ ਹੋਈ ਹੈ। ਕਵਿਤਾਵਾਂ ਦੇ ਵਿੱਚ ਵੀ ਇਹਨਾਂ ਦਾ ਨਿਵੇਕਲਾ ਸਥਾਨ ਹੈ ਔਰ ਇਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਕਾਵਿ ਸੰਗ੍ਰਹਿ ਸੀ ਸ਼ਿਹਰਫੀ ਹੰਸਰਾਜ ਸੀ। ਔਰ ਨਾਟਕ ਸਾਹਿਤ ਦੇ ਵਿੱਚ ਇਹਨਾਂ ਨੇ ਇੱਕ BA ਪਾਸ ਨਾਂ ਦਾ ਨਾਟਕ ਜੋ ਹੈ ਉਹ ਲਿਖਿਆ ਹੈ ਔਰ ਸਵੈ ਜੀਵਨੀ ਹੈ ਇਹਨਾਂ ਦੀ, ਉਸ ਦਾ ਨਾਮ ਸੀ ਮੇਰੀ ਦੁਨੀਆ ਨਾਮ ਦੀ ਸਵੈ ਜੀਵਨੀ ਜਿਹੜੀ ਹੈ ਨਾਨਕ ਸਿੰਘ ਦੀ ਪ੍ਰਮੁੱਖ ਸਵੈ ਜੀਵਨੀ ਹੈ। ਅਕਸਰ ਇਸ ਦੇ ਬਾਰੇ ਸਵਾਲ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਔਰ ਅਨੁਵਾਦ ਵੀ ਇਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕੀਤਾ ਹੈ। ਭਾਵ ਜੋ ਵੀ ਵਧੀਆ ਰਚਨਾਵਾਂ ਸਨ, ਭਾਵੇਂ ਉਹ ਹਿੰਦੀ ਸਾਹਿਤ ਦੀਆਂ ਸਨ ਜਾਂ ਵਿਦੇਸ਼ੀ ਸਾਹਿਤਕਾਰਾਂ ਦੀਆਂ, ਉਹਨਾਂ ਦਾ ਇਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ। ਉਹਨਾਂ ਦੇ ਵਿੱਚੋਂ ਖਾਸ ਕਰਕੇ ਜੋ ਹੈ ਦਸਤੋਵਸਕੀ, ਮੋਪਾਂਸਾ ਔਰ ਟਾਲਸਟਾਏ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਉਦਾਹਰਨ ਵਜੋਂ ਅਸੀਂ ਲੈ ਸਕਦੇ ਹਾਂ। ਨਾਨਕ ਸਿੰਘ ਨੇ ਕਿਉਂਕਿ ਬਹੁਤ ਸਾਰੀਆਂ ਸਾਹਿਤ ਸਿਰਜਣਾਵਾਂ ਕੀਤੀਆਂ ਹਨ, ਸੋ ਇਹਦਾ ਵਿਸ਼ਾ ਪੱਖ ਜੋ ਹੈ ਬਹੁਤ ਵੰਨ ਸੁਵੰਨਾ ਹੈ। ਯਾਨੀ ਕਿ ਵਿਸ਼ੇ ਪੱਖੋਂ ਨਾਨਕ ਸਿੰਘ ਨੂੰ ਮੁਹਾਰਤ ਹਾਸਲ ਹੈ। ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿਸ਼ੇ ਜਿਹੜੇ ਹਨ ਉਹ ਆਪਣੇ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਨੂੰ ਪ੍ਰਗਟਾਉਣ ਦੇ ਲਈ ਚੁਣੇ ਹਨ ਔਰ ਸਾਰਿਆਂ ਵਿਸ਼ਿਆਂ ਬਾਰੇ ਜੇਕਰ ਅਸੀਂ ਚਰਚਾ ਨਾ ਵੀ ਕਰ ਸਕੀਏ ਤਾਂ ਖਾਸ ਕਰਕੇ ਨਾਨਕ ਸਿੰਘ ਦੇ ਨਾਵਲਾਂ ਨੂੰ ਅਸੀਂ ਵੱਖ-ਵੱਖ ਵਿਕਾਸ ਪੜਾਅ ਦੇ ਆਧਾਰ 'ਤੇ ਜਿਹੜੇ ਹੈ ਉਹਨਾਂ ਦੀ ਚਰਚਾ ਕਰਾਂਗੇ, ਜਿਨ੍ਹਾਂ ਵਿੱਚ ਪਹਿਲਾ ਦੌਰ ਹੈ, ਦੂਜਾ ਦੌਰ, ਤੀਜਾ ਦੌਰ, ਚੌਥਾ ਦੌਰ ਅਤੇ ਪੰਜਵਾਂ ਦੌਰ ਜੋ ਹੈ। ਇਸ ਦੇ ਆਧਾਰ 'ਤੇ ਅਸੀਂ ਇਸ ਦੀ ਚਰਚਾ ਕਰਾਂਗੇ ਤਾਂ ਕਿ ਵਿਦਿਆਰਥੀਆਂ ਨੂੰ ਸਮਝਣ ਦੇ ਵਿੱਚ ਆਸਾਨੀ ਹੋ ਸਕੇ। ਪਹਿਲਾ ਦੌਰ ਜੋ ਹੈ ਨਾਨਕ ਸਿੰਘ ਦੇ ਨਾਵਲਾਂ ਦਾ ਉਹ 1927 ਤੋਂ 1938 ਤੱਕ ਦਾ ਦੌਰ ਹੈ, ਜਿਸ ਦੇ ਵਿੱਚ ਉਹਨਾਂ ਨੇ ਉਸ ਵੇਲੇ ਦੀਆਂ ਸਮਾਜਿਕ ਕੁਰੀਤੀਆਂ ਨੂੰ ਆਪਣੇ ਨਾਵਲਾਂ ਦੇ ਵਿੱਚ ਪੇਸ਼ ਕੀਤਾ। ਸਮਾਜਿਕ ਕੁਰੀਤੀਆਂ ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਕਿਉਂਕਿ ਨਾਨਕ ਸਿੰਘ ਦੇ ਸਿਰ ਤੋਂ ਬਚਪਨ ਦੇ ਵਿੱਚ ਹੀ ਪਿਤਾ ਦਾ ਸਾਇਆ ਉੱਠ ਜਾਣ ਸਦਕਾ ਉਹਨਾਂ ਨੇ ਆਪਣੀਆਂ ਮਾਂ ਦੀਆਂ ਤੰਗੀਆਂ ਤੁਰਸ਼ੀਆਂ ਭਰੇ ਜੀਵਨ ਨੂੰ ਬੜਾ ਨੇੜਿਓਂ ਵਾਚਿਆ ਸੀ, ਸਮਝਿਆ ਸੀ। ਇਸ ਲਈ ਸਮਾਜ ਦੇ ਵਿੱਚ ਜੋ ਕੁਰੀਤੀਆਂ ਸਨ, ਕਿਸ ਤਰ੍ਹਾਂ ਇੱਕ ਵਿਧਵਾ ਇਸਤਰੀ ਜਿਹੜੀ ਹੈ ਉਸ ਦੇ ਲਈ ਸਮਾਜ ਦੇ ਵਿੱਚ ਆਪਣਾ ਜੀਵਨ ਗੁਜ਼ਾਰਨਾ ਕਿੰਨਾ ਮੁਸ਼ਕਲ ਹੋ ਜਾਂਦਾ ਹੈ, ਕਿਸ ਤਰ੍ਹਾਂ ਸਮਾਜ ਦੁਆਰਾ ਉਸ ਨੂੰ ਲਤਾੜਿਆ ਜਾਂਦਾ ਹੈ, ਇਸ ਦਾ ਜ਼ਿਕਰ ਵੀ ਕੀਤਾ ਹੈ। ਹੋਰ ਉਸ ਵੇਲੇ ਦੀਆਂ ਦਹੇਜ ਪ੍ਰਥਾ ਜਾਂ ਸਮਕਾਲੀ ਕੁਰੀਤੀਆਂ ਜਿਹੜੀਆਂ ਸਨ, ਸਮਾਜਿਕ ਬੁਰਾਈਆਂ ਜਿਹੜੀਆਂ ਸਨ ਸਮਾਜ ਦੇ ਵਿੱਚ ਫੈਲੀਆਂ ਹੋਈਆਂ, ਉਹਨਾਂ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਹੈ। ਨਾਨਕ ਸਿੰਘ ਨੇ ਦੂਜੇ ਦੌਰ ਦੇ ਨਾਵਲ ਜਿਹੜੇ ਹਨ ਉਹ 1938 ਤੋਂ 1947 ਤੱਕ ਦਾ ਸਮਾਂ ਹੈ, ਜਿਸ ਦੇ ਵਿੱਚ ਉਹ ਪ੍ਰੀਤ ਦਾ ਪੁਜਾਰੀ ਬਣ ਕੇ ਉੱਭਰਿਆ ਹੈ। ਭਾਵ ਉਸਨੇ ਆਪਣੇ ਨਾਵਲਾਂ ਦੇ ਵਿਸ਼ੇ ਜਿਹੜੇ ਸਨ ਉਹ ਸਮਾਜਿਕ ਕੁਰੀਤੀਆਂ ਵੱਲੋਂ ਮੂੰਹ ਮੋੜ ਕੇ ਪਿਆਰ ਦੇ ਦੁਆਲੇ ਕੇਂਦਰਿਤ ਕਰ ਲਏ। ਭਾਵੇਂ ਉਹ ਦੇਸ਼ ਪਿਆਰ ਦੀ ਗੱਲ ਕਰ ਰਿਹਾ ਹੋਵੇ, ਮਾਨਵ ਪਿਆਰ ਦੀ ਗੱਲ ਕਰ ਰਿਹਾ ਹੋਵੇ ਜਾਂ ਫਿਰ ਆਸ਼ਾਵਾਦੀ ਨਜ਼ਰੀਆ ਧਾਰਨ ਕਰਨ ਦੇ ਲਈ ਉਸਨੇ ਸਮਾਜ ਸੁਧਾਰ ਦੇ ਲਈ ਜੋ ਸਨ ਵੰਨ ਸੁਵੰਨੇ ਵਿਸ਼ਿਆਂ ਨੂੰ ਚੁਣਿਆ। ਤੀਜਾ ਦੌਰ 1947 ਜਿਵੇਂ ਕਿ ਸਪਸ਼ਟ ਸੰਕੇਤ ਹੈ 1947 ਤੋਂ 53 ਤੱਕ ਦਾ ਸਮਾਂ ਹੈ, ਜੋ ਦੇਸ਼ ਵੰਡ ਦੇ ਅਤੇ ਦੇ ਜੋ ਫਿਰਕੂ ਫਸਾਦ ਸਨ ਉਹਨਾਂ ਨੂੰ ਉਸਨੇ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਹੈ। ਮਿਸਾਲ ਵਜੋਂ ਨਾਨਕ ਸਿੰਘ ਦਾ ਨਾਵਲ ਜੋ ਹੈ ਖੂਨ ਦੇ ਸੋਹਲੇ ਇਸੇ ਦੌਰ ਦਾ ਇੱਕ ਪ੍ਰਮੁੱਖ ਨਾਵਲ ਲਿਖਿਆ ਮਿਲਦਾ ਹੈ ਔਰ ਚੌਥਾ ਦੌਰ ਜੋ ਹੈ ਇਸ ਦੇ ਵਿੱਚ 1953 ਤੋਂ ਲੈ ਕੇ 1964 ਤੱਕ ਦਾ ਸਮਾਂ ਹੈ, ਕਿਉਂਕਿ ਦੇਸ਼ ਵੰਡ ਤੋਂ ਬਾਅਦ ਜਦੋਂ ਦੇਸ਼ ਨੂੰ ਜੋ ਹੈ ਆਜ਼ਾਦੀ ਮਿਲ ਗਈ ਹੈ ਤਾਂ ਉਸ ਵੇਲੇ ਨਾਨਕ ਸਿੰਘ ਨੇ ਉਸ ਦੌਰ ਦੀਆਂ ਜੋ ਇੱਕ ਪ੍ਰਗਤੀਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇੱਕ ਸੁਰ ਜਿਹੜੀ ਸੀ ਆਪਣੇ ਨਾਵਲਾਂ ਦੇ ਵਿੱਚ ਉਸਨੇ ਪੇਸ਼ ਕੀਤੀ। ਇਸ ਦੌਰ ਦੇ ਨਾਵਲਾਂ ਦੇ ਵਿੱਚ ਉਸ ਦਾ ਨਾਵਲ ਕਹਿ ਸਕਦੇ ਹਾਂ ਅਸੀਂ ਜੋ ਸੰਗਮ ਜਾਂ ਨਾਸੂਰ ਜਿਹੜੇ ਨੇ ਉਹ ਬੜੇ ਪ੍ਰਮੁੱਖ ਨਾਵਲ ਹੋਏ ਹਨ ਇਸ ਦੌਰ ਦੇ। ਕਟੀ ਹੋਈ ਪਤੰਗ ਜਾਂ ਆਦਮਖੋਰ ਜਾਂ ਪੁਜਾਰੀ ਨਾਵਲ ਜੋ ਹੈ ਉਹ ਵੀ ਇਸੇ ਦੌਰ ਦਾ ਨਾਵਲ ਹੈ ਨਾਨਕ ਸਿੰਘ ਦਾ।
ਅਤੇ ਪੰਜਵਾਂ ਦੌਰ ਜਿਹੜਾ ਹੈ ਉਹ ਪ੍ਰਯੋਗਵਾਦੀ ਦੌਰ ਹੈ, ਜਿਸ ਦੇ ਦਾ ਸਮਾਂ ਜਿਹੜਾ ਹੈ 1964 ਤੋਂ ਲੈ ਕੇ 1971 ਤੱਕ ਦਾ, ਭਾਵ ਮਰਨ ਤੱਕ, ਯਾਨੀ ਕਿ ਆਖਰੀ ਸਾਲ ਤੱਕ ਉਹਨਾਂ ਨੇ ਆਪਣੀ ਕਲਮ ਜਿਹੜੀ ਹੈ ਉਸਨੂੰ ਵਿਸ਼ਰਾਮ ਨਹੀਂ ਦਿੱਤਾ। ਨਿਰੰਤਰ ਜਿਹੜੇ ਹੈ ਉਹ ਲੇਖਣ ਦੇ ਵਿੱਚ ਰੁੱਝੇ ਰਹੇ ਹਨ। ਔਰ ਪੰਜਵਾਂ ਦੌਰ ਜੋ ਸੀ ਉਸ ਦੇ ਵਿੱਚ ਉਹਨਾਂ ਨੇ ਵੰਨ ਸੁਵੰਨੇ ਪ੍ਰਯੋਗ ਜਿਹੜੇ ਸਨ ਉਹ ਆਪਣੇ ਨਾਵਲਾਂ ਦੇ ਵਿੱਚ ਕੀਤੇ। ਔਰ ਇਹਨਾਂ ਪ੍ਰਯੋਗਵਾਦੀ ਨਾਵਲਾਂ ਦੇ ਵਿੱਚ ਉਹਨਾਂ ਦਾ ਨਾਵਲ ਜੋ ਹੈ ਕੋਈ ਹਰਿਆ ਬੂਟ ਰਹੀ ਹੋਰੀ ਜਾਂ ਫਿਰ ਗਗਨ ਦਮਾਮਾ ਬਾਜੂ ਨੂੰ ਰੱਖਿਆ ਜਾ ਸਕਦਾ ਹੈ। ਸੋ ਇਸ ਤਰ੍ਹਾਂ ਵੱਖ-ਵੱਖ ਜੋ ਦੌਰ ਹਨ ਨਾਨਕ ਸਿੰਘ ਦੀ ਲੇਖਣੀ ਦੇ, ਉਹਨਾਂ ਨੂੰ ਆਧਾਰ ਬਣਾ ਕੇ ਵਿਦਿਆਰਥੀਆਂ ਨੂੰ ਨਾਨਕ ਸਿੰਘ ਦੀ ਜੋ ਨਾਵਲ ਕਲਾ ਹੈ ਉਸ ਨੂੰ ਸਮਝਣਾ ਬਹੁਤ ਸੁਖੈਨ ਹੋ ਜਾਵੇਗਾ, ਸੁਖਾਲਾ ਹੋ ਜਾਵੇਗਾ, ਕਿਉਂਕਿ ਪਹਿਲੇ ਦੌਰ ਦੇ ਜਿਹੜੇ ਉਸਦੇ ਨਾਵਲ ਹਨ ਉਹਨਾਂ ਦੇ ਵਿੱਚ ਚਿੱਟਾ ਲਹੂ ਜਿਹੜਾ ਹੈ ਉਹ ਸਭ ਤੋਂ ਪ੍ਰਮੁੱਖ ਨਾਵਲ ਹੈ ਨਾਨਕ ਸਿੰਘ ਦਾ। ਔਰ ਦੂਜੇ ਦੌਰ ਦੇ ਪ੍ਰਮੁੱਖ ਨਾਵਲਾਂ ਦੇ ਵਿੱਚੋਂ ਪਵਿੱਤਰ ਪਾਪੀ ਅਸੀਂ ਲੈ ਸਕਦੇ ਹਾਂ, ਅੱਧ ਖਿੜਿਆ ਫੁੱਲ ਔਰ ਗਰੀਬ ਦੀ ਦੁਨੀਆ ਜਿਹੜੇ ਹਨ ਬੜੇ ਪ੍ਰਮੁੱਖ ਹਨ। ਤੀਜੇ ਦੌਰ ਦੇ ਵਿੱਚ ਜੋ ਉਹਨਾਂ ਦੇ ਨਾਵਲ ਹਨ, ਖੂਨ ਦੇ ਸੋਹਲੇ, ਅੱਗ ਦੀ ਖੇਡ ਨੂੰ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਜੋ ਪੰਜ ਦੌਰ ਹਨ ਨਾਨਕ ਸਿੰਘ ਦੇ ਨਾਵਲ ਦੇ ਜਾਂ ਸਿਰਜਣ ਪ੍ਰਕਿਰਿਆ ਦੇ, ਉਹ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਗਏ ਹੋਣਗੇ। ਇਸ ਤੋਂ ਬਾਅਦ ਅਸੀਂ ਚਰਚਾ ਕਰਾਂਗੇ ਰੂਪਕ ਪੱਖ, ਜੋ ਨਾਨਕ ਸਿੰਘ ਦੀਆਂ ਰਚਨਾਵਾਂ ਦਾ ਰੂਪਕ ਪੱਖ ਕੀ ਸੀ। ਵਿਸ਼ੇ ਪੱਖ ਬਾਰੇ ਅਸੀਂ ਪਹਿਲਾਂ ਚਰਚਾ ਕਰ ਚੁੱਕੇ ਹਾਂ, ਅੱਗੋਂ ਆ ਜਾਂਦਾ ਹੈ ਰੂਪਕ ਪੱਖ। ਨਾਨਕ ਸਿੰਘ ਦੇ ਨਾਵਲਾਂ ਦੀ ਹਰਮਨ ਪਿਆਰਤਾ ਦਾ ਸਭ ਤੋਂ ਵੱਡਾ ਕਾਰਨ ਜੋ ਹੈ ਉਹਨਾਂ ਦਾ ਕਹਾਣੀ ਰਸ ਹੈ, ਕਿਉਂਕਿ ਨਾਨਕ ਸਿੰਘ ਨੂੰ ਕਹਾਣੀ ਰਸ ਦੇ ਵਿੱਚ ਮੁਹਾਰਤ ਹਾਸਿਲ ਹੈ। ਇਹ ਉਸਦੇ ਨਾਵਲਾਂ ਦਾ ਇੱਕ ਅਜਿਹਾ ਗੁਣ ਹੈ ਜੋ ਪਾਠਕਾਂ ਨੂੰ ਆਪਣੇ ਨਾਲ ਬੰਨ੍ਹਣ ਦੀ ਸਮਰੱਥਾ ਜੋ ਹੈ ਰੱਖਦਾ ਹੈ, ਕਿਉਂਕਿ ਪਾਠਕ ਜਿਹੜੇ ਹੈ ਭਾਵੇਂ ਕਿਸੇ ਵੀ ਵਰਗ ਦੇ ਹੋਣ, ਭਾਵ ਕੋਈ ਬਚਪਨ ਦੀ ਅਵਸਥਾ ਦੇ ਵਿੱਚ, ਜਵਾਨੀ ਦੀ ਅਵਸਥਾ ਦੇ ਵਿੱਚ ਜਾਂ ਅਧੇੜ ਉਮਰ ਦਾ ਪਾਠਕ ਜੋ ਹੈ, ਉਹ ਹਰ ਵਰਗ ਦਾ ਪਾਠਕ ਜਿਹੜਾ ਹੈ ਉਸਦੇ ਨਾਵਲਾਂ ਨੂੰ ਮਿਲਿਆ ਹੈ। ਔਰ ਦ੍ਰਿਸ਼ ਵਰਣਨ ਜੋ ਹੈ ਅਗਲਾ ਇਸ ਦਾ ਉਗੜਵਾਂ ਗੁਣ ਹੈ, ਕਿਉਂਕਿ ਦ੍ਰਿਸ਼ ਵਰਣਨ ਪੈਦਾ ਕਰਨ ਦੇ ਵਿੱਚ ਨਾਨਕ ਸਿੰਘ ਨੇ ਬਹੁਤ ਲਾਸਾਨੀ ਕੰਮ ਕੀਤਾ ਹੈ। ਇੱਕ ਤਰ੍ਹਾਂ ਦੇ ਨਾਲ ਉਹ ਪਾਠਕ ਨੂੰ ਉਂਗਲ ਫੜ ਕੇ ਆਪਣੇ ਨਾਲ ਤੋਰ ਲੈਂਦਾ ਹੈ ਔਰ ਹਰ ਘਟਨਾ ਦਾ ਗਵਾਹ ਬਣ ਕੇ ਉਸਨੂੰ ਆਪਣੇ ਨਾਲ ਰੱਖਦਾ ਹੈ, ਗਵਾਹ ਬਣਾ ਕੇ। ਉਦੇਸ਼ ਮੁਖੀ ਹਨ ਨਾਨਕ ਸਿੰਘ ਦੇ ਨਾਵਲ, ਭਾਵ ਆਪਣੇ ਮਿੱਥੇ ਹੋਏ ਉਦੇਸ਼ ਦੀ ਪ੍ਰਾਪਤੀ ਵੱਲ ਨੂੰ ਉਸਦੇ ਨਾਵਲ ਨਿਰੰਤਰ ਵੱਧਦੇ ਹਨ। ਔਰ ਇਸ ਦੇ ਲਈ ਉਸਨੂੰ ਭਾਵੇਂ ਕਿੰਨੇ ਵੀ ਮੌਕਾ ਮੇਲ ਕਿਉਂ ਨਾ ਪੈਦਾ ਕਰਨੇ ਪੈਣ, ਮੌਕਾ ਮੇਲ ਭਾਵ ਕਈ ਵਾਰੀ ਉਸਦੇ ਨਾਵਲਾਂ ਦਾ ਇਹ ਮੌਕਾ ਮੇਲ ਜਿਹੜਾ ਹੈ ਇਹ ਪਾਠਕ ਨੂੰ, ਜੋ ਸੁਚੇਤ ਪਾਠਕ ਹੈ, ਜਾਗਰੂਕ ਪਾਠਕ ਜਿਹੜਾ ਹੈ ਉਸਨੂੰ ਅਖਰਦਾ ਵੀ ਹੈ, ਕਿਉਂਕਿ ਨਾਨਕ ਸਿੰਘ ਨੇ ਆਪਣੇ ਨਾਵਲਾਂ ਦੇ ਵਿੱਚ ਜੋ ਉਦੇਸ਼ ਮਿਥ ਲਿਆ ਹੁੰਦਾ ਹੈ ਉਸਨੂੰ ਪੂਰਾ ਕਰਨ ਦੇ ਲਈ ਉਹ ਵੰਨ ਸੁਵੰਨੀਆਂ ਘਟਨਾਵਾਂ ਪੈਦਾ ਕਰ ਲੈਂਦਾ ਹੈ। ਆਪੇ ਹੀ ਉਹਨਾਂ ਘਟਨਾਵਾਂ ਨੂੰ ਦੇ ਆਧਾਰ 'ਤੇ ਜੋ ਪਾਤਰ ਹੁੰਦੇ ਹਨ ਉਹਨਾਂ ਨੂੰ ਨਿਖੇੜ ਦਿੰਦਾ ਹੈ, ਆਪੇ ਹੀ ਮਿਲਾ ਦਿੰਦਾ ਹੈ, ਵਿਛੋੜ ਦਿੰਦਾ ਹੈ, ਭਾਵ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਉਹ ਹਰ ਤਜਰਬਾ ਜੋ ਹੈ ਉਹ ਨਾਵਲ ਦੇ ਵਿੱਚ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਪਾਤਰ ਉਸਾਰੀ ਦੇ ਵਿੱਚ ਵੀ ਪੂਰੀ ਤਰ੍ਹਾਂ ਮਾਹਿਰ ਹੈ ਨਾਨਕ ਸਿੰਘ। ਉਸਦੇ ਨਾਵਲਾਂ ਦੇ ਪਾਤਰ ਜਿਹੜੇ ਹਨ ਉਹ ਅੱਤ ਦੇ ਆਦਰਸ਼ਵਾਦੀ ਵੀ ਹਨ, ਅੱਤ ਦੇ ਨੀਚ ਵੀ ਹਨ, ਅੱਤ ਦੇ ਕਮੀਨੇ ਵੀ ਹਨ, ਅੱਤ ਦੇ ਸਮਾਜ ਸੇਵੀ ਵੀ ਹਨ, ਭਾਵ ਉਹ ਆਪਣੇ ਪਾਤਰ ਜਿਹੜੇ ਹਨ ਉਸਨੇ ਹਰ ਵਰਗ ਦੇ ਵਿੱਚੋਂ ਲਏ ਹਨ, ਭਾਵ ਸ਼੍ਰੇਣੀ ਘੋਲ ਨੂੰ ਵੀ ਜੋ ਹੈ ਆਪਣੇ ਨਾਵਲਾਂ ਦੇ ਵਿੱਚ ਉਸਨੇ ਪ੍ਰਗਟਾਇਆ ਹੈ, ਭਾਵੇਂ ਉਹ ਕਿਸਾਨ ਵਰਗ ਨੂੰ ਸੰਬੰਧਿਤ ਹੋਣ, ਭਾਵੇਂ ਜਗੀਰਦਾਰੀ ਵਰਗ ਦੇ ਨਾਲ, ਜਾਂ ਕਲਰਕ, ਅਧਿਆਪਕ, ਭਾਵ ਸਮਾਜ ਦੇ ਹਰ ਵਰਗ ਦੇ ਪਾਤਰ ਜਿਹੜੇ ਹਨ, ਭਾਵੇਂ ਉਹ ਚੋਰ ਉਚੱਕੇ ਜਾਂ ਡਾਕੂ ਵਪਾਰੀ ਵੀ ਕਿਉਂ ਨਾ ਹੋਣ, ਜਾਂ ਜੇਕਰ ਉਹ ਕਿਸੇ ਨਾਵਲ ਦੇ ਵਿੱਚ ਆਪਣੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਦੇ ਲਈ ਉਸਨੇ ਆਦਰਸ਼ਕ ਪਾਤਰ ਵੀ ਸਿਰਜੇ ਹਨ, ਜਿਵੇਂ ਕਿ ਪਵਿੱਤਰ ਪਾਪੀ ਨਾਵਲ ਦੇ ਵਿੱਚ ਕਿਦਾਰ ਜੋ ਹੈ ਇੱਕ ਆਦਰਸ਼ਕ ਪਾਤਰ ਬਣ ਕੇ ਉੱਭਰਦਾ ਹੈ ਔਰ ਆਪਣੇ ਆਦਰਸ਼ ਸਦਕਾ ਹੀ ਉਹ ਨਿਰੰਤਰ ਘੋਲ ਦੇ ਵਿੱਚ, ਇੱਕ ਕਸ਼ਮਕਸ਼ ਦੇ ਵਿੱਚ, ਇੱਕ ਮਾਨਸਿਕ ਦੁਵਿਧਾ ਦੇ ਵਿੱਚ ਫਸਿਆ ਰਹਿੰਦਾ ਹੈ। ਸ਼੍ਰੇਣੀ ਘੋਲ
ਜਿਵੇਂ ਕਿ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਹਰ ਸ਼੍ਰੇਣੀ ਹਰ ਵਰਗ ਦੇ ਪਾਤਰ ਜਿਹੜੇ ਹਨ ਉਸਨੇ ਉਲੀਕੇ ਹਨ ਅਤੇ ਉਹਨਾਂ ਨੂੰ ਉਲੀਕਣ ਦੇ ਵਿੱਚ ਪੂਰੀ ਤਰ੍ਹਾਂ ਸਫਲ ਵੀ ਹੋਇਆ ਹੈ ਨਾਵਲਕਾਰ। ਅਗਲਾ ਜੋ ਪੱਖ ਹੈ ਨਾਨਕ ਸਿੰਘ ਦੇ ਨਾਵਲਾਂ ਦੀ ਸਫਲਤਾ ਦਾ, ਉਹ ਹੈ ਬੋਲੀ ਅਤੇ ਸ਼ੈਲੀ। ਕਿਉਂਕਿ ਨਾਨਕ ਸਿੰਘ ਦੀ ਇੱਕ ਵੱਖਰੀ ਸ਼ੈਲੀ ਹੈ, ਵੱਖਰਾ ਇੱਕ ਸਟਾਈਲ ਹੈ ਜਿਹੜਾ ਕਿ ਉਸਦੇ ਨਾਵਲਾਂ ਦੇ ਸਿਰਲੇਖ ਨੂੰ ਦੇਖੇ ਬਿਨਾਂ ਵੀ ਜੋ ਜਾਗਰੂਕ ਪਾਠਕ ਹੈ ਨਾਨਕ ਸਿੰਘ ਦੇ ਨਾਵਲਾਂ ਨੂੰ ਪੜ੍ਹਦਾ ਹੋਇਆ ਸਮਝ ਸਕਦਾ ਹੈ ਕਿ ਇਹ ਜੋ ਰਚਨਾ ਹੈ ਇਹ ਨਾਨਕ ਸਿੰਘ ਦੀ ਲਿਖੀ ਹੋਈ ਹੈ। ਕਿਉਂਕਿ ਉਹ ਨਿਰੰਤਰ ਆਪਣੇ ਨਾਵਲਾਂ ਦੇ ਪਾਤਰਾਂ ਨੂੰ ਆਪਣੇ ਹੱਥ ਦੀ ਕਠਪੁਤਲੀ ਬਣਾ ਕੇ ਆਪਣੇ ਮਿਥੇ ਹੋਏ ਉਦੇਸ਼ ਵੱਲ ਨੂੰ ਵੱਧਦਾ ਹੈ। ਇਹ ਨਾਨਕ ਸਿੰਘ ਦਾ ਇੱਕ ਵੱਖਰਾ ਸਟਾਈਲ ਹੈ ਜਾਂ ਉਸਦੀ ਸ਼ੈਲੀ ਹੈ। ਜਿੱਥੋਂ ਤੱਕ ਨਾਨਕ ਸਿੰਘ ਦੀ ਬੋਲੀ ਦਾ ਸਵਾਲ ਹੈ, ਉਹ ਠੇਠ ਕੇਂਦਰੀ ਪੰਜਾਬੀ ਹੈ। ਕਿਉਂਕਿ ਮਾਝੇ ਦਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਸਾਰੀ ਉਮਰ ਰਹਿਣ ਸਦਕਾ ਉਹ ਮਾਝੇ ਦੀ ਬੋਲੀ ਜਿਹੜੀ ਹੈ ਉਸਨੂੰ ਹੀ ਉਸਨੇ ਆਪਣੇ ਨਾਵਲਾਂ ਦੇ ਵਿੱਚ ਜੋ ਹੈ ਇੱਕ ਤਰ੍ਹਾਂ ਦੇ ਨਾਲ ਪੂਰਾ ਉਭਾਰਿਆ ਹੈ। ਪਰ ਇਸ ਦੇ ਬਾਵਜੂਦ ਉਸਨੇ ਆਪਣੇ ਪਾਤਰ ਜੋ ਹਨ ਉਹਨਾਂ ਦੀ ਸਮਰੱਥਾ ਅਨੁਸਾਰ ਔਰ ਉਹਨਾਂ ਦੀ ਲਿਆਕਤ ਅਨੁਸਾਰ ਹਰ ਤਰ੍ਹਾਂ ਦੀ ਬੋਲੀ ਜਿਹੜੀ ਹੈ ਉਹਨਾਂ ਦੇ ਮੂੰਹੋਂ ਬੁਲਵਾਈ ਹੈ। ਜੇਕਰ ਕੋਈ ਪਿੰਡ ਦਾ ਪਾਤਰ ਹੈ ਤਾਂ ਉਸਨੂੰ ਪੇਂਡੂ ਬੋਲੀ ਦੇ ਵਿੱਚ ਮੁਹਾਰਤ ਹਾਸਲ ਹੈ। ਜੇ ਕੋਈ ਪੜ੍ਹਿਆ ਲਿਖਿਆ ਹੈ ਅਤੇ ਉਸਦੀ ਸ਼ਬਦਾਵਲੀ ਦੇ ਵਿੱਚ ਉਸੇ ਤਰ੍ਹਾਂ ਦੇ ਉਰਦੂ, ਫਾਰਸੀ, ਹਿੰਦੀ ਜਾਂ ਪੋਠੋਹਾਰੀ ਦੇ ਲਫ਼ਜ਼ ਵੀ ਸਾਨੂੰ ਥਾਂ ਕੁਥਾਂ ਮਿਲਦੇ ਹਨ ਨਾਵਲਾਂ ਦੇ ਵਿੱਚ। ਭਾਵ ਨਾਨਕ ਸਿੰਘ ਜਿਹੜਾ ਹੈ ਉਸ ਨੇ ਜੋ ਹੈ ਮੋਟੀ ਠੁੱਲੀ ਬੋਲੀ ਜਿਹੜੀ ਹੈ ਆਪਣੇ ਪਾਤਰਾਂ ਦੇ ਮੂੰਹੋਂ ਅਖਵਾਈ ਹੈ। ਔਰ ਜਿੱਥੋਂ ਤੱਕ ਸਿਰਲੇਖ ਦਾ ਸੰਬੰਧ ਹੈ, ਨਾਨਕ ਸਿੰਘ ਇੱਕ ਅਜਿਹਾ ਨਾਵਲਕਾਰ ਹੈ ਜਿਸ ਨੇ ਆਪਣੇ ਨਾਵਲਾਂ ਦੇ ਜਿਹੜੇ, ਜਾਂ ਨਾਵਲ ਹੀ ਨਹੀਂ, ਆਪਣੀਆਂ ਜਿੰਨੀਆਂ ਵੀ ਰਚਨਾਵਾਂ ਹਨ ਉਹਨਾਂ ਦੇ ਸਿਰਲੇਖ ਜਿਹੜੇ ਹਨ ਉਹ ਬੜੇ ਆਕਰਸ਼ਕ ਰੱਖੇ ਹਨ। ਬੜੇ ਵਿਸ਼ੇ ਦੇ ਨਾਲ ਸਿੱਧੇ ਸੰਬੰਧਿਤ ਹੋਣ ਦੇ ਨਾਲ ਨਾਲ ਉਹ ਦੋ ਵਿਰੋਧੀ ਸ਼ਬਦਾਂ ਦੇ ਸੁਮੇਲ ਤੋਂ ਬਣੇ ਹਨ। ਦੋ ਵਿਰੋਧੀ ਸ਼ਬਦਾਂ ਦੇ ਸੁਮੇਲ ਤੋਂ ਭਾਵ ਜਿਵੇਂ ਮਿੱਠਾ ਮੋਹਰਾ, ਕਾਗਜ਼ਾਂ ਦੀ ਬੇੜੀ, ਚਿੱਟਾ ਲਹੂ, ਪਵਿੱਤਰ ਪਾਪੀ, ਯਾਨੀ ਕਿ ਪਵਿੱਤਰ ਵੀ ਪਾਪੀ ਵੀ, ਬੇੜੀ ਕਾਗਜ਼ਾਂ ਦੀ, ਮੋਹਰਾ ਮਿੱਠਾ। ਇਸ ਤਰ੍ਹਾਂ ਦੋ ਵਿਰੋਧੀ ਸ਼ਬਦਾਂ ਦੇ ਸੁਮੇਲ ਤੋਂ ਉਸਦੇ ਜੋ ਨਾਵਲਾਂ ਦੇ ਸਿਰਲੇਖ ਹਨ, ਰਚਨਾਵਾਂ ਦੇ ਸਿਰਲੇਖ ਜਿਹੜੇ ਹਨ ਉਹ ਉਸਦੀ ਇੱਕ ਨਿਵੇਕਲੀ, ਇੱਕ ਵੱਖਰੀ ਪਛਾਣ ਕਾਇਮ ਕਰਨ ਦੇ ਵਿੱਚ ਵੀ ਸਹਾਈ ਸਿੱਧ ਹੋਏ ਹਨ। ਨਾਨਕ ਸਿੰਘ ਦੇ ਨਾਵਲਾਂ ਦੀ ਇੱਕ ਵਿਸ਼ੇਸ਼ ਗੱਲ ਹੈ ਕਿ ਉਸਨੇ ਆਪਣੇ ਨਾਵਲਾਂ ਦੇ ਜਿਹੜੇ ਪਾਤਰ ਹਨ ਔਰ ਉਹਨਾਂ ਨੂੰ ਖਾਸ ਕਰਕੇ ਮੱਧ ਸ਼੍ਰੇਣੀ ਦੇ ਵਿੱਚੋਂ ਸਿਰਜਿਆ ਹੈ। ਮੱਧ ਸ਼੍ਰੇਣੀ ਦੀਆਂ ਸਮੱਸਿਆਵਾਂ ਨੂੰ ਔਰ ਮੱਧ ਸ਼੍ਰੇਣੀ ਦੇ ਪਾਤਰਾਂ ਨੂੰ ਉਸਨੇ ਆਪਣੇ ਨਾਵਲਾਂ ਦਾ ਧੁਰਾ ਬਣਾਇਆ ਹੈ, ਇੱਕ ਨਾਇਕ ਦੇ ਤੌਰ 'ਤੇ ਉਭਾਰਿਆ ਹੈ। ਇਸ ਲਈ ਮੱਧ ਸ਼੍ਰੇਣੀ ਦੇ ਜਨ ਜੀਵਨ ਨੂੰ ਪ੍ਰਗਟਾਉਣ ਸਦਕਾ ਉਸਦੇ ਨਾਵਲਾਂ ਦੇ ਵਿੱਚ ਜੋ ਇੱਕ ਸਮਾਜ ਸੁਧਾਰ ਵਾਲਾ ਅੰਸ਼ ਭਾਰੂ ਹੁੰਦਾ ਹੈ। ਕਿਉਂਕਿ ਉਸਨੇ ਸਮਕਾਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਬੜੀ ਬਾਰੀਕੀ ਦੇ ਨਾਲ ਚਿਤਰਿਆ ਹੈ। ਭਾਵੇਂ ਉਹ ਬਾਲ ਵਿਆਹ ਦੀ ਗੱਲ ਹੋਵੇ, ਵਿਧਵਾ ਦਾ ਜੀਵਨ ਹੋਵੇ, ਸ਼ਰਾਬ, ਜੂਆ, ਜਾਂ ਸਾਡੇ ਸਮਾਜ ਦੀਆਂ ਵੱਧ ਫੈਲੀਆਂ ਹੋਣ ਜਾਂ ਵੱਧ ਚਲਨ ਜੋ ਕਿਰਦਾਰ ਹੁੰਦੇ ਹਨ, ਜਾਂ ਰਿਸ਼ਵਤਖੋਰੀ ਜਿਹੀਆਂ ਸਮੱਸਿਆਵਾਂ ਹਨ, ਉਹਨਾਂ ਨੂੰ ਆਪਣੇ ਨਾਵਲਾਂ ਦੇ ਵਿੱਚ ਉਸਨੇ ਬੜੀ ਮੁਖਰਤਾ ਦੇ ਨਾਲ ਉਭਾਰਿਆ ਹੈ। ਸੋ ਸਿੱਟੇ ਵਜੋਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਨਾਨਕ ਸਿੰਘ ਪੰਜਾਬੀ ਨਾਵਲ ਸਾਹਿਤ ਦਾ ਇੱਕ ਹਰਮਨ ਪਿਆਰਾ ਨਾਵਲਕਾਰ ਹੈ ਜਿਸ ਨੇ ਜੋ ਹੈ ਗਿਣਾਤਮਕ ਪੱਖੋਂ ਹੀ ਨਹੀਂ ਸਗੋਂ ਗੁਣਾਤਮਕ ਪੱਖੋਂ ਵੀ ਪੰਜਾਬੀ ਨਾਵਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਕਿਉਂਕਿ ਕੋਈ ਵੀ ਹੋਰ ਨਾਵਲਕਾਰ ਜੋ ਹੈ ਉਸਦਾ ਸਥਾਨ ਭਵਿੱਖ ਦੇ ਵਿੱਚ ਵੀ ਲੈਣ ਦੀ ਅਜੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ ਕਿ ਕੋਈ ਨਾਵਲਕਾਰ ਉਸ ਜਿੱਡਾ ਉੱਚਾ ਮੁਕਾਮ ਹਾਸਿਲ ਕਰ ਪਾਏਗਾ। ਕਿਉਂਕਿ ਜਿੰਨੀਆਂ ਗਿਣਾਤਮਕ ਪੱਖੋਂ ਰਚਨਾਵਾਂ ਨਾਨਕ ਸਿੰਘ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਇੱਕ ਨਿਵੇਕਲੀ ਦੇਣ ਹੈ। ਬੋਲੀ ਦੇ ਉਹ ਉਸਤਾਦ ਹਨ, ਬੋਲੀ ਦਾ ਬਾਦਸ਼ਾਹ ਉਹਨਾਂ ਨੂੰ ਕਿਹਾ ਜਾਂਦਾ ਹੈ। ਔਰ ਖਾਸ ਕਰਕੇ ਪੰਜਾਬੀ ਨਾਵਲ ਜਗਤ ਦਾ ਪਿਤਾਮਾ ਹੋਣ ਦਾ ਵੀ ਮਾਣ ਨਾਨਕ ਸਿੰਘ ਨੂੰ ਹੀ ਹਾਸਿਲ ਹੈ, ਜਿਸ ਸਦਕਾ ਜੋ ਪੰਜਾਬੀ ਜਗਤ ਹੈ ਉਹਨਾਂ ਦਾ
ਅੱਜ ਤੱਕ ਰਿਣੀ ਹੈ ਅਤੇ ਰਿਣੀ ਰਵੇਗਾ। ਇਹਨਾਂ ਸ਼ਬਦਾਂ ਦੇ ਨਾਲ ਹੀ ਇਜਾਜ਼ਤ। ਧੰਨਵਾਦ।